साइड सब तो पहला सारिਆਂ ਨੂੰ 74वें गणतंत्र दिवस ਦੀਆਂ ਲੱਖ ਲੱਖ ਵਧਾਈਆਂ बहुत बहुत मुबारकबाद। और मैं आस करदागा जो सुपने बाबा साहब भीमराव अंबेडकर जी ने सिरजे सीगे उन्हां सारिਆਂ ਤੇ ਆਪਾਂ ਕੰਮ करिए और संविधान ਨੂੰ लागू करिए। चीमा साहब सारे स्टेटा ने अज जो कैदी सीगे उन्होंने रिलीज किया तो पंजाब सरकार की गल पिछे रह गई या कोई भी बढ़ाई नहीं हुई है। उन्होंने पत्नी ने कहा नवजोत सिंह संघ किया सरकार ने की नवजोत सिंह सिद्धू कोई खूंखार जानवर है। देखो कानून तो कोई भी व्यक्ति वड्डा नहीं होंदा, कानून सारिਆਂ ਲਈ बराबर हैगा। समय समय सिर ਜਿਹੜੇ कैदियों की रिहाई बनती आ जिन्हों का अधिकार बनता गा रिहाई बनती आ और जिन्होंने कानून परमिट करता गा जिन्होंने साडा संविधान आग्ञा दिंदा गा कानून आग्ञा दिंदा गा उन्हां दी रिहाई समय समय सिर होंदी रहती है। ये रिपोर्टां जिहड़ियां नेगियां थल्लों ऑफिसर साहबान भेजते हैं कि किहड़े व्यक्ति की सज़ा पूरी होगी, किहड़ा व्यक्ति माफ़ीयोग है, किहड़ा व्यक्ति माफ़ीयोग नहीं है, किहड़ा व्यक्ति जिहड़ा हीनियस क्राइम किया किने छोटा क्राइम किया गा। सो उस तो बाद विचार करने तो बाद हुंदा गा। सो जदों रिपोर्टां आउणगियां जिहदी जिहदी रिहाई होगी ती बन जाऊगी। 52 बंदियां दी रिहाई दी लिस्ट बनी सी इत्थे एक किसी एक ਨੂੰ ਵੀ ਕੀਤਾ ਜਾ ਰਿਹਾ ਜੀ। ਸਰ ਮੁੱਖ ਮੰਤਰੀ ਸਾਹਿਬ ਦਾ ਕੀ ਸ਼ਡਿਊਲ ਹੈ ਜੀ ਕੱਲ ਦਾ ਤੇ ਅੱਜ ਦਾ? ਮਾਨਯੋਗ ਮੁੱਖ ਮੰਤਰੀ ਸਾਹਿਬ ਕੱਲ ਆ ਕੇ ਅੰਮ੍ਰਿਤਸਰ ਦੇ ਵਿੱਚ ਆਉਣਗੇ। ਆ ਕੇ ਜਿਹੜੇ ਲਗਭਗ 400 ਮੁਹੱਲਾ ਕਲੀਨਿਕ ਅਰਵਿੰਦ ਕੇਜਰੀਵਾਲ ਜੀ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਕੱਲ ਆਉਣਗੇ। ਆ ਕੇ 400 ਮੁਹੱਲਾ ਕਲੀਨਿਕ ਜਿਹੜੇ ਨੇਗੇ ਉਹ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਜਾਣਗੇ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਸਾਡੀ ਪਾਰਟੀ ਨੇ ਇਹ ਪੰਜਾਬ ਦੇ ਲੋਕਾਂ ਨੇ ਗਰੰਟੀ ਦਿੱਤੀ ਸੀ, ਵਾਅਦਾ ਕੀਤਾ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਹਨਾਂ ਦੇ ਘਰ ਦੇ ਨੇੜੇ ਕਿਵੇਂ ਪਹੁੰਚਾਈਆਂ ਜਾਣਗੀਆਂ। ਔਰ ਸਾਡਾ ਮੁਹੱਲਾ ਕਲੀਨਿਕ ਦਾ ਕਨਸੈਪਟ ਜਿਹਨੂੰ ਦੁਨੀਆ ਭਰ ਦੇ ਵਿਸਲਾਇਆ ਜਾ ਰਿਹਾ ਹੈਗਾ ਔਰ ਦਿੱਲੀ ਦੇ ਅੰਦਰ ਮੁਹੱਲਾ ਕਲੀਨਿਕ ਮੈਂ ਸਮਝਦਾ ਇੱਕ ਬਹੁਤ ਵੱਡਾ ਲੋਕਾਂ ਲਈ ਕਾਰਗਰ ਸਾਬਤ ਹੋਇਆਗਾ। ਘਰ ਤੱਕ ਦਵਾਈ ਜਿਹੜੀ ਪਹੁੰਚਦੀ ਹੈਗੀ ਉਹਦੀ ਸ਼ੁਰੂਆਤ 15 ਅਗਸਤ ਨੂੰ ਹੋਈ ਸੀਗੀ। ਅੱਜ मैं समझदा 26 जनवरी ਨੂੰ ਜਿਹੜਾ ਹੈਗਾ ਅਸੀਂ 400 ਹੋਰ ਮੁਹੱਲਾ ਕਲੀਨਿਕ ਬਣ ਕੇ ਤਿਆਰ ਨੇ ਜਿਹੜੇ ਕੱਲ ਨੂੰ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਆ ਕੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਲੋਕਾਂ ਨੂੰ ਸਮਰਪਿਤ ਕਰਨਗੇ। कुंवर विजय प्रताप जी ਜਿਹੜੇ ਇਸ ਬਾਰੇ ਦੱਸ ਸਕਦੇ ਨੇ ਪਰ ਲੇਕਿਨ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ। ਮੇਰੀ ਗੱਲ ਹੋਈ ਹੈ ਕਿ ਉਹ ਬਿਮਾਰ ਨੇ, ਬੁਖਾਰ ਉਹਨਾਂ ਨੂੰ ਚੱਲ ਰਿਹਾ, ਇਸ ਗੱਲ ਕਰਕੇ ਅੱਜ ਦੇ ਸਮਾਗਮ ਚ ਨਹੀਂ ਹੈ। ਅੱਜ ਕਿਸੇ ਨੂੰ ਰਿਹਾ ਕੀਤਾ ਗਿਆ ਕਿ ਨਹੀਂ ਪੰਜਾਬ ਦੇ ਵਿੱਚ ਜਿਹੜੇ ਦੇਖੋ ਮੈਂ ਫਿਰ ਕਹਿ ਰਿਹਾ ਹਾਂ ਇਹ ਡਿਪਾਰਟਮੈਂਟ ਜਿਹੜਾ ਮੇਰੇ ਕੋਲ ਨਹੀਂ ਹੈਗਾ ਬਟ ਮੈਨੂੰ ਜਿੰਨੀ ਕੁ ਜਾਣਕਾਰੀ ਆ ਜਦੋਂ ਕੋਈ ਵੀ ਕਿਸੇ ਦੀ ਫਾਈਲ ਡਿਪਾਰਟਮੈਂਟ ਦੀ ਆਉਂਦੀ ਹੈਗੀ ਉਦੋਂ ਜਿਹੜਾ ਬਣਦੀ ਰਾਹਤ ਆ ਮਿਲ ਜਾਂਦੀ ਹੈਗੀ। ਸੋ ਇਹਦੇ ਲਈ ਪੈਨਿਕ ਹੋਣ ਦੀ ਲੋੜ ਨਹੀਂ। ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਪਤਾ ਹੁੰਦਾ ਮਾਨਯੋਗ ਅਦਾਲਤ ਸਾਡੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸਜ਼ਾ ਬਹੁਤ ਸਾਰੇ ਲੋਕਾਂ ਨੂੰ ਦਿੱਤੀ ਹੋਈ ਹੈ। ਇਕੱਲੇ ਇੱਕ ਵਿਅਕਤੀ ਨੂੰ ਨਹੀਂ, ਕੋਈ ਵੀ ਵਿਅਕਤੀ ਵਿਸ਼ੇਸ਼ ਕਾਨੂੰਨ ਤੋਂ ਵੱਡਾ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ। ਮੁੱਖ ਮੰਤਰੀ ਸਾਹਿਬ ਜਿਵੇਂ ਸਾਹਿਬ 280 ਕਰੋੜ ਰੁਪਏ ਰੋਕਿਆ ਜੀ ਬੀਜੇਪੀ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਦਾ ਆਰਡੀਐਫ ਦਾ ਤੁਹਾਡੇ ਵੱਲੋਂ ਵੀ ਉਹਨਾਂ ਨੇ ਸ਼ਰਤ ਲਾ ਦਿੱਤੀ ਹੈ ਕਿ 1% ਕਰੋ ਮਾਰਕੀਟ ਡਿਊਟੀ ਜਿਹੜੀ ਕਿ ਇਸ ਵੇਲੇ 6% ਹੈ ਤੇ ਕੀ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਇਹਦੇ ਨਾਲ? ਕਾਫੀ ਸਾਰੇ ਜਿਹੜੇ ਕੰਮ ਰੁਕੇ ਪਏ ਨੇ। ਦੇਖੋ ਪੁਰਾਣੇ ਸਾਡਾ ਬਕਾਇਆ ਜਿਹੜਾ ਲਗਭਗ 2880 ਕਰੋੜ ਰੁਪਈਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਰਿਕੁਐਸਟ ਕੀਤੀ ਹੈ
ਸਾਡੇ ਡਿਪਾਰਟਮੈਂਟ ਵੱਲੋਂ ਵੀ ਮੈਂ ਵੀ ਜਿਹੜਾ ਜਾ ਕੇ ਕੇਂਦਰ ਸਰਕਾਰ ਨੂੰ ਰਿਕੁਐਸਟ ਕੀਤੀ ਆ ਕਿ ਉਹ ਸਾਡਾ ਬਣਦਾਗਾ ਸਾਡੇ ਪੈਸੇ ਨੇ ਸਾਡੇ ਬਣਦੇ ਪੈਸੇ ਰਿਲੀਜ਼ ਕੀਤੇ ਜਾਣ। ਜਿਹੜੀ ਕੋਈ ਉਹਨਾਂ ਨੇ ਅੱਗੇ ਦੱਸਣਾ ਕਿ ਪਹਿਲਾਂ ਵੀ ਉਹਨਾਂ ਨੇ ਸ਼ਰਤ ਲਾਈ ਸੀ, ਜਿਹੜੀ ਪਹਿਲਾਂ ਸ਼ਰਤ ਲਾਈ ਸੀ ਕੇਂਦਰ ਸਰਕਾਰ ਨੇ ਉਹ ਅਸੀਂ ਪੂਰੀ ਕਰ ਦਿੱਤੀ। ਪਹਿਲਾਂ ਸ਼ਰਤ ਕੀ ਲਾਈ, ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ, ਤੁਸੀਂ ਪਹਿਲੀ ਵਾਰ ਸ਼ਰਤ ਲਾਈ ਕਿ ਜਿਹੜਾ ਆਰਡੀਐਫ ਦਾ ਪੈਸਾ ਹੈਗਾ ਉਹ ਸਿਰਫ ਤੇ ਸਿਰਫ ਰੂਰਲ ਡਿਵੈਲਪਮੈਂਟ ਕੰਮਾਂ ਦੇ ਲਈ ਹੀ ਜਿਹੜਾ ਵਰਤਿਆ ਜਾਣਾ ਚਾਹੀਦਾ, ਪੇਂਡੂ ਵਿਕਾਸ ਦੇ ਲਈ ਹੀ ਵਰਤਿਆ ਜਾਣਾ ਚਾਹੀਦਾ। ਉਹਦੇ ਲਈ ਅਸੀਂ ਮਤਾ ਪਾ ਕੇ ਭੇਜ ਦਿੱਤਾ। ਮੈਂ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਅੰਦਰ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਜਦੋਂ ਬੀਜੇਪੀ ਦੀ ਸਰਕਾਰ ਸੀ ਪੰਜਾਬ ਦੇ ਅੰਦਰ, ਉਦੋਂ ਉਸ ਪੈਸੇ ਦੀ ਮਿਸਯੂਜ਼ ਹੋਇਆ, ਉਦੋਂ ਉਸ ਪੈਸੇ ਨੂੰ ਕਿਸੇ ਹੋਰ ਜਗ੍ਹਾ ਤੇ ਵਰਤਿਆ ਗਿਆ ਔਰ ਉਸ ਤੋਂ ਬਾਅਦ ਸਾਡੀ ਸਰਕਾਰ ਆਈ ਸੀ, ਆਉਣ ਵਾਲੇ ਵਿਦਨ 3 ਮੰਥ ਦੇ ਅੰਦਰ ਅੰਦਰ ਉਹ ਸੰਵਿਧਾਨਕ ਸੋਧ ਕਰਕੇ ਜਿਹੜੀ ਸਾਡੀ ਸੋਧ ਹੋਣੀ ਸੀ ਰੂਲ ਦੇ ਵਿੱਚ ਅਸੀਂ ਕਰਕੇ ਭੇਜੀ। ਉਸ ਤੋਂ ਬਾਅਦ ਨਵਾਂ ਜਿਹੜਾ ਫਰਮਾਨ ਜਾਰੀ ਕਰ ਦਿੱਤਾ ਗਿਆ। ਤਾਂ ਇੱਥੋਂ ਪਤਾ ਲੱਗਦਾਗਾ ਕਿ ਜਿਹੜੀ ਬੀਜੇਪੀ ਆ ਉਹ ਪੰਜਾਬ ਵਿਰੋਧੀ ਆ, ਕੇਂਦਰ ਸਰਕਾਰ ਆ ਪੰਜਾਬ ਵਿਰੋਧੀ ਆ। ਜਿਹੜਾ ਵਤੀਰਾ ਉਹਨਾਂ ਨੂੰ ਸੋਧ ਕਰਨੀ ਚਾਹੀਦੀ ਆ, ਪੰਜਾਬ ਦੇ ਪ੍ਰਤੀ ਜਿਹੜਾ ਹੈਗਾ ਹਮਦਰਦੀ ਭਰਿਆ ਰੁਖ ਅਪਣਾਉਣਾ ਚਾਹੀਦਾ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਅੰਦਰ ਲੱਖਾਂ ਹੀ ਕੁਰਬਾਨੀਆਂ ਦਿੱਤੀਆਂ, ਲਗਭਗ 80% ਤੋਂ ਉੱਤੇ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੀਆਂ ਨੇ। ਸੋ ਬੀਜੇਪੀ ਨੇ ਮਤਰੇਈ ਮਾਲਾ ਸਲੂਕ ਜਿਹੜਾ ਉਹ ਬੰਦ ਕਰਨਾ ਚਾਹੀਦਾ। ਅੱਜ G20 ਨੂੰ ਲੈ ਕੇ ਸਾਰੀਆਂ ਝਾਕੀਆਂ ਕੱਢੀਆਂ ਗਈਆਂ, G20 ਨੂੰ ਲੈ ਕੇ ਕੀ ਤਿਆਰੀਆਂ ਪੰਜਾਬ ਸਰਕਾਰ? ਦੇਖੋ ਅੱਜ ਮੇਰੇ ਨਾਲ ਦੋਨੇ ਆਫੀਸਰ ਸਾਹਿਬਾਨ, ਕਮਿਸ਼ਨਰ ਸਾਹਿਬਾਨ, ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬਾਨ ਖੜੇ ਨੇਗੇ। ਬਿਲਕੁਲ ਤਿਆਰੀਆਂ ਮੁਕੰਮਲ ਲੱਗੀਆਂ ਔਰ 15 ਮਾਰਚ ਤੋਂ G20 ਜਿਹੜਾ ਹੈਗਾ ਸਿਖਰ ਸੰਮੇਲਨ ਅੰਮ੍ਰਿਤਸਰ ਦੇ ਅਧੀਨ ਹੋ ਰਿਹਾ ਹੈਗਾ ਔਰ ਲਗਭਗ ਅਸੀਂ 100 ਕਰੋੜ ਰੁਪਇਆ ਜਿਹੜਾ ਹੈਗਾ ਉਹਦੇ ਲਈ ਜਾਰੀ ਕੀਤਾ ਗਿਆ। ਬਿਲਕੁਲ ਅੰਮ੍ਰਿਤਸਰ ਦੀ ਕਾਇਆ ਕਲਪ ਕਰਾਂਗੇ, ਕਾਇਆ ਪੱਟ ਦੇਵਾਂਗੇ। ਬਿਲਕੁਲ ਜਿੰਨੀਆਂ ਸੜਕਾਂ ਜਿੱਥੇ ਵੀ ਕਿਤੇ ਕੋਈ ਕੰਮ ਹੋਣ ਵਾਲਾ ਹੈਗਾ ਉਹ ਪਹਿਲ ਦੇ ਆਧਾਰ ਤੇ ਹੋਊਗਾ ਔਰ ਇਸ ਜਿਹੜਾ G20 ਹੈਗਾ ਸਿਖਰ 20 ਆ, ਇਹਦੇ ਨਾਲ ਬਹੁਤ ਵੱਡਾ ਲਾਭ ਜਿਹੜਾ ਅੰਮ੍ਰਿਤਸਰ ਨੂੰ ਔਰ ਪੰਜਾਬ ਨੂੰ ਮਿਲੂਗਾ। ਗਵਰਨਰ ਸਾਹਿਬ 1 ਤਰੀਕ ਨੂੰ ਤੇ 2 ਤਰੀਕ ਨੂੰ ਫਿਰ ਬਾਰਡਰ ਸਟੇਟਾਂ ਦਾ ਦੌਰਾ ਕਰ ਰਹੇ ਨੇ। ਬਲਵੰਤ ਸੰਗਲ ਤੁਸੀਂ ਪਲੀਜ਼ ਇਹਨਾਂ ਨੂੰ ਦੇਖੋ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਮੰਗ ਸੀਗੀ, ਜਿਹੜੀਆਂ ਰਿਪੋਰਟਾਂ ਆਈਆਂ ਸੀ ਉਸ ਦੇ ਆਧਾਰ ਦੇ ਉੱਤੇ ਜੀਰਾ ਫੈਕਟਰੀ ਬੰਦ ਕੀਤੀ ਹੈ। ਸੋ ਮੈਂ ਸਮਝਦਾ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਔਰ ਜਿਹੜਾ ਵੀ ਧਰਨਾਕਾਰੀ ਉੱਠ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ। ਬਾਰ-ਬਾਰ ਗੱਲਾਂ ਕਹੀਆਂ ਜਾ ਰਹੀਆਂ ਨੇ ਝਾਕੀ ਨੂੰ ਲੈ ਕੇ ਕਿ ਪੰਜਾਬ ਸਰਕਾਰ ਨੇ ਜਿਹੜੀ ਝਾਕੀ ਪੰਜਾਬ ਨੂੰ ਨਹੀਂ ਸਹੀ ਬਣਾ ਕੇ ਕੇਂਦਰ ਸਰਕਾਰ ਵੀ ਇਹੋ ਕਹਿ ਰਹੀ ਇਹਨਾਂ ਦੇ ਨੁਮਾਇੰਦੇ। ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਹੈ, ਅਸਲ ਵਿੱਚ ਕੀ ਲੋਕਾਂ ਨੂੰ ਕੀ ਪਤਾ, ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕੌਣ ਫੌਜੀ ਹੈ? ਦੇਖੋ, ਬਿਲਕੁਲ 3 ਝਾਕੀਆਂ ਜਿਹੜੀਆਂ ਅਸੀਂ ਭੇਜੀਆਂ ਸੀਗੀਆਂ, ਕੇਂਦਰ ਸਰਕਾਰ ਨੇ ਵਿਤਕਰਾ ਕੀਤਾਗਾ, ਕੇਂਦਰ ਦੀ ਭਾਜਪਾ ਸਰਕਾਰ ਵਿਤਕਰਾ ਕਰ ਰਹੀ ਆ। ਆਹ ਜਿਹੜੇ ਛੋਟੇ-ਮੋਟੇ ਪੰਜਾਬ ਦੇ ਲੀਡਰ ਬੋਲਦੇ ਨੇ ਬੇਸਿਕਲੀ ਪਤਾ ਹੀ ਕੁਛ ਨਹੀਂ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਕੀ ਹੋਇਆਗਾ। ਸੋ ਕੇਂਦਰ ਸਰਕਾਰ ਜਿਹੜੀ ਆ, ਮੈਂ ਸਮਝਦਾ ਹਰੇਕ ਪਹਿਲੂ ਦੇ ਉੱਤੇ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਆ ਔਰ ਬੀਜੇਪੀ ਵਿਤਕਰਾ ਕਰ ਰਹੀ ਆ, ਕਿਉਂਕਿ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਲੋਕਾਂ ਨੇ ਇੱਕ ਵੱਡੇ ਸੰਘਰਸ਼ ਦੀ ਜਿਹੜੀ ਅਗਵਾਈ ਕੀਤੀ ਸੀ। 3 ਕਾਲੇ ਕਾਨੂੰਨ ਜਦੋਂ ਵਾਪਸ ਹੋਏ ਨੇ, ਸੋ ਉਹਦੇ ਕਾਰਨ ਕੇਂਦਰ ਸਰਕਾਰ ਲਗਾਤਾਰ ਵਿਤਕਰੇਬਾਜ਼ੀ ਕਰ ਰਹੀ ਹੈ। ਗਵਰਨਰ ਸਾਹਿਬ ਦੇ ਕਲਾਸ ਆ ਰਹੇ ਨੇ, ਗਵਰਨਰ ਸਾਹਿਬ ਜਿਹੜੀ 2 ਤਰੀਕ ਨੂੰ ਆ ਰਹੇ ਨੇ, ਰੂਰਲ ਤੋਂ ਆ ਰਹੇ ਨੇ, ਜਿਹੜੇ ਮੁਹੱਲਾ ਕਲੀਨਿਕਸ ਦੇ ਵਿੱਚ ਜਿਹੜੇ ਡਾਕਟਰ ਆ ਰਹੇ ਨੇ ਉਹ ਰੂਰਲ ਤੋਂ ਲੈ ਕੇ ਆਉਂਦੇ ਜਾ ਰਹੇ। ਇਹਦੇ ਨਾਲ ਜਿਹੜੀਆਂ ਰੂਰਲ ਜਿਹੜੀਆਂ ਡਿਸਪੈਂਸਰੀਜ਼ ਨੇ ਜਾਂ ਜਿਹੜੇ ਉੱਥੇ ਸੈਂਟਰ ਬਣਾਏ ਗਏ ਨੇ ਮੈਡੀਕਲ ਸੈਂਟਰ, ਉਹ ਖਾਲੀ ਹੋ ਜਾਣਗੇ। ਦੇਖੋ, ਵਿਰੋਧ ਵੀ ਕਰ ਰਹੇ ਨੇ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਾਡਾ ਸਭ ਤੋਂ ਪਹਿਲਾ ਏਜੰਡਾ ਹੈਗਾ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਤੱਕ ਅੱਛੇ ਤਰੀਕੇ ਦੇ ਨਾਲ ਪਹੁੰਚਾਈਆਂ ਜਾਣ। ਉਹਦੇ ਲਈ ਮੁਹੱਲਾ ਕਲੀਨਿਕ ਦਾ ਕਨਸੈਪਟ ਸ਼ੁਰੂ ਹੋਇਆਗਾ। ਜਿੱਥੇ ਕਿਤੇ ਅਜੇ ਬਹੁਤ ਸਾਰੀਆਂ ਭਰਤੀ ਪ੍ਰਕਿਰਿਆਵਾਂ ਨੂੰ ਟਾਈਮ ਲੱਗ ਰਿਹਾ ਹੈਗਾ। ਪਹਿਲੀ ਵਾਰ ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ 271 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਹੋਈ ਆ। ਪਿਛਲੇ 5 ਸਾਲਾਂ ਦੌਰਾਨ ਜਿੰਨੀ ਵਾਰ ਵੀ ਪੁਰਾਣੀ ਸਰਕਾਰ ਨੇ ਭਰਤੀ ਕੱਢੀ, ਸਿੰਗਲ ਡਾਕਟਰ ਨੇ, ਕਿਸੇ ਇੱਕ ਸਪੈਸ਼ਲਿਸਟ ਡਾਕਟਰ ਨੇ ਅਪਲਾਈ ਤੱਕ ਨਹੀਂ ਕੀਤਾ ਸੀ ਪੰਜਾਬ ਲਈ। ਇਹ ਮਾਹੌਲ ਸੀ ਪੰਜਾਬ ਦੇ ਅੰਦਰ। ਪਹਿਲੀ ਵਾਰ ਹੋਇਆਗਾ ਕਿ ਲੋਕਾਂ ਨੂੰ ਪੂਰਨ ਆਸ ਆ, ਸਾਰੇ ਵਰਗਾਂ ਨੂੰ ਪੂਰਨ ਆਸ ਆ ਔਰ 271 ਡਾਕਟਰਾਂ ਦੀ ਭਰਤੀ ਹੋਈ ਆ। ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਪਿੰਡੂ ਖੇਤਰ ਆ ਚਾਹੇ ਸ਼ਹਿਰੀ ਖੇਤਰ ਆ, ਸਾਰੇ ਅੰਦਰ ਬਿਹਤਰ ਸਿਹਤ ਸੇਵਾਵਾਂ ਅਸੀਂ ਦੇਵਾਂਗੇ। ਲਾਸਟ ਸਵਾਲ ਹੈ ਜੀ। ਦੇਖੋ, ਮਾਨਯੋਗ ਮੇਰੇ ਕੋਲ ਸੀਪੀ ਸਾਹਿਬ ਖੜੇ ਸੀ, ਇਹਨਾਂ ਨੇ ਦੱਸਿਆ ਕਿ ਪਿੱਛੇ ਇੱਕ ਨਸ਼ਾ ਫੜਿਆ, ਉਹ ਐਂਡ ਤੱਕ ਜਾ ਕੇ ਪਹੁੰਚਾਂਗੇ। ਬਿਲਕੁਲ ਨਸ਼ੇ ਨੂੰ ਖਤਮ ਕਰਾਂਗੇ। ਉਹ ਬਹੁਤ ਲੰਬੇ ਅਰਸੇ ਦੌਰਾਨ ਇੱਕ ਬਹੁਤ ਵੱਡਾ ਖੜਾ ਕੀਤਾ ਗਿਆ ਸੀਗਾ, ਚਾਹੇ ਕੋਈ ਵੱਡਾ ਮੱਛੀ ਆ ਕੋਈ ਛੋਟੀ ਮੱਛੀ ਆ, ਜਿਹੜਾ ਵੀ ਪੰਜਾਬ ਦੇ ਅੰਦਰ ਨਸ਼ਾ ਵੇਚੂਗਾ ਉਹ ਅਸੀਂ ਜੇਲ੍ਹ ਦੇ ਅੰਦਰ ਜਾਵਾਂਗੇ ਔਰ ਜਿਹੜਾ ਕੋਈ ਸਾਡਾ ਨੌਜਵਾਨ ਆ ਉਹਨੂੰ ਅਸੀਂ ਹਮਦਰਦੀ ਭਰਿਆ ਵਤੀਰਾ ਜਦੋਂ ਪੜਾ ਕੇ ਉਹਦੇ ਨਾਲ ਉਹਨੂੰ ਅਸੀਂ ਠੀਕ ਵੀ ਕਰਾਂਗੇ। ਬੀਜੇਪੀ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਬੀਜੇਪੀ ਨੇ ਕਿਹਾ ਕਿ 13 ਦੀਆਂ 13 ਸੀਟਾਂ ਹੀ ਪੰਜਾਬ 'ਚ ਲੈ ਕੇ ਜਾਣੀਆਂ। ਬੀਜੇਪੀ ਦੀਆਂ 13 ਦੀਆਂ 13 ਸੀਟਾਂ ਦੇ ਉੱਤੋਂ ਜ਼ਮਾਨਤ ਜ਼ਬਤ ਹੋਊਗੀ। ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਨਫ਼ਰਤ ਪੈਦਾ ਕਰਨ ਵਾਲੀ ਪਾਰਟੀ
ਜਿਹੜੀ ਦੇਸ਼ ਦੇ ਅੰਦਰ ਨਫ਼ਰਤ ਪੈਦਾ ਕਰਦੀ ਆ, ਜਿਹੜੀ ਆਪਸੀ ਭਾਈਚਾਰਾ ਤੋੜਦੀ ਆ, ਜਿਹੜੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀ ਆ, ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕ ਅਮਨ ਕਾਨੂੰਨ ਪਸੰਦ ਲੋਕ ਨੇਗੇ, ਪੰਜਾਬ ਦੇ ਅੰਦਰ ਭਾਈਚਾਰਾ ਕਾਇਮ ਰੱਖਣ ਵਾਲੇ ਲੋਕ ਨੇਗੇ। ਸੋ ਇਹ ਫੁੱਟ ਪਾਉ ਤਾਕਤਾਂ ਨੂੰ ਪੰਜਾਬ ਦੇ ਅੰਦਰ ਕਦੇ ਕੋਈ ਮੂੰਹ ਨਹੀਂ ਲਾਊਗਾ। ਸਾਹਿਬ ਦੇ ਨਾਲ ਸਰਕਾਰ ਦਾ ਟਕਰਾਅ ਰਿਹਾ ਹੈ, ਫਿਰ 1 ਤੋਂ 2 ਤਰੀਕ ਨੂੰ ਆ ਰਹੇ ਹੈ ਬਾਰਡਰ ਸਟੇਟਾਂ 'ਚ। ਦੇਖੋ ਕੋਈ ਟਕਰਾਅ ਨਹੀਂਗਾ, ਇਹ ਆਉਣ ਵਾਲਾ ਅਧਿਕਾਰ ਖੇਤਰ ਆ, ਕੋਈ ਕਿਸੇ ਕਿਸਮ ਦਾ ਕੋਈ ਟਕਰਾਅ ਨਹੀਂ। 1000 ਰੁਪਇਆ ਲੇਡੀਜ਼ ਦਾ ਜਿਹੜਾ ਕਹਿ ਰਹੇ ਨੇ ਬਿਜਲੀ ਦੇ ਬਿੱਲ ਦੀ ਬੜੀ ਵੱਡੀ ਰਾਹਤ ਦਿੱਤੀ ਗਈ ਪੰਜਾਬ ਦੇ ਕਲੈਕਟਰਾਂ ਨੂੰ। 1000 ਰੁਪਏ ਅਕਾਊਂਟ ਦੇ ਵਿੱਚ ਨਹੀਂ ਆਇਆ। 1000 ਰੁਪਏ ਦੇ ਹੁਣ ਸਰ ਦੇਣ ਜਾ ਰਹੀ ਹੈ ਸਰਕਾਰ। ਦੇਖੋ ਪਹਿਲੀ ਵਾਰ ਹੋਇਆ ਕਿ ਜੀਐਸਟੀ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ, ਟੈਕਸ ਦੀ ਕਲੈਕਸ਼ਨ, ਐਕਸਾਈਜ਼ ਤੋਂ ਜਿੰਨਾ ਰੈਵਨਿਊ ਆ ਫਸਟ ਟਾਈਮ ਜਿਹੜਾ ਹੈਗਾ ਉਹਦੇ 'ਚ ਵੱਡਾ ਇਜ਼ਾਫਾ ਹੋ ਰਿਹਾ। ਜੇ ਤੁਸੀਂ ਸਾਰੇ ਜਣੇ, ਤੁਸੀਂ ਜਰਨਲਿਸਟ ਹੋ, ਸਾਰੇ ਜਣੇ ਪਿਛਲੇ 5 ਸਾਲ ਦਾ ਵਿਸ਼ਲੇਸ਼ਣ ਕਰਿਓ, 5 ਸਾਲ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਨੇ, ਕੋਈ ਵੀ ਐਡੀਸ਼ਨਲ ਐਫਰਟ ਕੋਈ ਯਤਨ ਨਹੀਂ ਹੋਇਆ ਹੈਗਾ। ਫਸਟ ਟਾਈਮ ਜਿਹੜਾ ਹੈਗਾ ਯਤਨ ਹੋਏ ਔਰ ਪਹਿਲੀ ਵਾਰ ਜੀਐਸਟੀ ਦਾ ਮਾਲੀਆ, ਐਕਸਾਈਜ਼ ਦਾ ਮਾਲੀਆ, ਹੋਰਨਾਂ ਹੈਡਾਂ ਦੇ ਵਿੱਚ ਮਾਲੀਆ ਵਧਿਆ ਹੈਗਾ। ਸੋ ਅਸੀਂ ਲਗਭਗ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਨੇਗੀਆਂ, ਬਹੁਤ ਸਾਰੀਆਂ ਦੇ ਕੰਮ ਚੱਲ ਰਿਹਾ ਹੈਗਾ। ਇੱਕ ਗਰੰਟੀ ਬਾਕੀ ਹੈ, ਉਹ ਵੀ ਅਸੀਂ ਪੂਰਾ ਕਰਾਂਗੇ। ਅਗਲੀ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਜਿੰਨੀਆਂ ਗਰੰਟੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ ਸੀ, ਉਹ ਸਾਰੀਆਂ 100% ਪੂਰੀਆਂ ਕਰਾਂਗੇ। ਦੇਖੋ ਬਿਜਲੀ ਮਹਿਕਮਾ ਘਾਟੇ 'ਚ ਨਹੀਂ ਜਾ ਰਿਹਾ। ਬਿਜਲੀ ਮਹਿਕਮੇ ਨੂੰ ਲਗਾਤਾਰ ਜਿਹੜੀ ਉਹਦੀ ਬਣਦੀ ਸਬਸਿਡੀ ਆ ਪਹਿਲੀ ਵਾਰ ਅਸੀਂ ਦੇ ਰਹੇ ਹਾਂ। ਪੁਰਾਣੇ ਜਿਹੜੇ ਬਕਾਏ ਸੀ ਅਸੀਂ ਉਹ ਵੀ ਦੇ ਰਹੇ ਹਾਂ। ਅਸੀਂ ਜਿਹੜੇ ਹੁਣ ਦੇ ਨੇ ਸਾਡੇ ਪੈਸੇ ਉਹ ਵੀ ਦੇ ਰਹੇ ਹਾਂ। ਥੈਂਕ ਯੂ ਜੀ।